डियर स्टूडेंट्स, अपना अज का टॉपिक है डिटर्मिनर्स। फस्ट ऑफ ऑल, यूज़ ऑफ सम एंड एनी। सम ਅਤੇ ਐਨੀ ਦੋਨਾਂ ਦੀ ਵਰਤੋਂ ਗਿਣਤੀ ਅਤੇ ਮਾਤਰਾ ਲਈ ਕੀਤੀ ਜਾ ਸਕਦੀ ਹੈ। ਦੋਨਾਂ ਦੀ ਵਰਤੋਂ ਹੀ ਆਪਾਂ ਕਰ ਸਕਦੇ ਹਾਂ, ਪਰੰਤੂ ਐਨੀ ਦੀ ਵਰਤੋਂ ਆਮ ਤੌਰ 'ਤੇ ਨੈਗੇਟਿਵ ਅਤੇ ਕੁਐਸਚਨ ਵਾਲੇ ਵਾਕਾਂ ਵਿੱਚ, ਜਿਹਨੂੰ ਆਪਾਂ ਇੰਟੈਰੋਗੇਟਿਵ ਵਾਕ ਕਹਿੰਦੇ ਹਾਂ, ਇੰਟੈਰੋਗੇਟਿਵ ਸੈਂਟੈਂਸ ਕਹਿੰਦੇ ਹਾਂ, ਉਹਨਾਂ ਵਿੱਚ ਕਰਦੇ ਹਾਂ। ਹੁਣ ਆਪਾਂ ਐਗਜ਼ਾਮਪਲਸ ਨਾਲ ਸਮਝਦੇ ਹਾਂ। देयर आर सम गर्ल्स इन द क्लास। ਹੁਣ गर्ल्स ਕਾਊਂਟੇਬਲ ਹੈ, ਆਪਾਂ ਗਿਣਤੀ ਕਰ ਸਕਦੇ ਹਾਂ। ਇਸ ਕਰਕੇ ਤੁਸੀਂ ਦੇਖੋਗੇ ਸਮ ਯੂਜ਼ ਕੀਤਾ ਹੋਇਆ ਹੈ। ਆਈ ਹੈਵ ਬਰੌਟ ਸਮ ਮਿਲਕ ਫॉर ਯੂ। ਹੁਣ ਦੇਖੋ, ਮਿਲਕ ਜਿਹੜੇ ਆ ਉਹ ਗਿਣਨ ਵਾਲੀ ਚੀਜ਼ ਨਹੀਂ, ਪਰ ਇਹਦੇ ਤੋਂ ਪਹਿਲਾਂ ਵੀ ਸਮ ਦੀ ਆਪਾਂ ਯੂਜ਼ ਕੀਤੀ ਹੋਈ ਹੈ। ਆਈ ਹੈਵ ਬਰੌਟ ਸਮ ਮਿਲਕ ਫॉर ਯੂ। ਨੈਕਸਟ ਥਰਡ ਹੈ, ਹੀ ਡਿਡ ਨਾਟ ਰੀਡ ਐਨੀ ਬੁੱਕ। ਹੁਣ ਤੁਸੀਂ ਦੇਖੋ, बुक काउंटेबल नाउन है, गिनती वाली चीज़ है, परंतु आप इनके तो पहला एनी की वरतों की है। ये क्यों? क्योंकि डिड नॉट ये नैगेटिव सेंटेंस हैगा, ये नावाचक वाक है। उस तो बाद फोर्थ सेंटेंस है, इज़ देयर एनी वाटर इन द जग। तो ये बेटे क्वेश्चन वाला वाक है, क्वेश्चन वाले वाक इंटैरोगेटिव सेंटेंस। उनके आप इज़ देयर सम वाटर नहीं बोलिया, की बोलिया इज़ देयर एनी वाटर इन द जग। तो पहला आपां की समझिया भी गिनती वास्ते भी यूज़ कर सकते हैं, मात्रा वास्ते भी यूज़ कर सकते हैं, परंतु एनी की वरतों आम तौर पर आपां कित्थे यूज़ करांगे? नैगेटिव वाकां विच ते इंटैरोगेटिव सेंटेंस विच। हुण एक गल ये समझनी है, सम की वरतों उन्हां प्रश्नवाचक वाकां विच कीती जा सकती है जिस प्रश्न का आंसर ਜਾਂ ਉੱਤਰ ਯੈਸ ਵਿੱਚ ਉਮੀਦ ਹੋਵੇ। ਹੁਣ ਜਿਵੇਂ ਆਪਾਂ ਇੱਕ ਕੋਈ ਕਿਤਾਬਾਂ ਵਾਲੀ ਦੁਕਾਨ 'ਤੇ ਜਾਈਏ ਤਾਂ ਉੱਥੇ ਆਪਾਂ ਮੰਨ ਲਓ ਕੋਈ ਪੈਨ ਖਰੀਦਣੇ ਹੋਣ ਤਾਂ ਆਪਾਂ ਕੀ ਬੋਲਾਂਗੇ? ਵਿਲ ਯੂ ਸ਼ੋ ਮੀ ਸਮ ਪੈਨਸ। ਆਪਾਂ ਐਨੀ ਪੈਨਸ ਨਹੀਂ ਕਹਾਂਗੇ ਕਿ ਤੁਸੀਂ ਮੈਨੂੰ ਕੁਝ ਪੈਨ ਦਿਖਾਓਗੇ, ਤਾਂ ਉਸ ਦਾ ਆਨਸਰ ਆਪਾਂ ਕਿਹੜੀ 'ਚ ਉਮੀਦ ਕਰਾਂਗੇ? ਉਹ ਆਪਾਂ ਨੂੰ ਦਿਖਾਉਣ ਵਾਸਤੇ ਯੈਸ ਹੀ ਕਹੂਗਾ ਨਾ। ਇਸ ਕਰਕੇ ਆਪਾਂ ਕੀ ਯੂਜ਼ ਕੀਤਾ? ਸਮ। ਸੈਕੰਡ ਐਗਜ਼ਾਮਪਲ, ਵਿਲ ਯੂ ਲੈਂਡ ਮੀ ਸਮ ਰਾਈਸ। ਇਹ ਇੱਕ ਰਿਕੁਐਸਟ ਦੇ ਤੌਰ 'ਤੇ ਵੀ ਜਦੋਂ ਹੁੰਦਾ ਤਾਂ ਉੱਥੇ ਆਪਾਂ ਸਮ ਯੂਜ਼ ਕਰ ਸਕਦੇ ਹਾਂ। ਇਜ਼ ਦੇਅਰ ਸਮਵਨ ਐਟ ਦਾ ਡੋਰ। ਹੁਣ ਇਹ ਕੁਐਸਚਨ ਵਾਲਾ ਵਾਕ ਹੈ, ਇਜ਼ ਦੇਅਰ ਸਮਵਨ ਐਟ ਦਾ ਡੋਰ। ਹੁਣ ਜਿਵੇਂ ਤੁਸੀਂ ਵੇਖੋ, ਮੰਨ ਲਓ ਆਪਣੇ ਦਰਵਾਜ਼ੇ 'ਤੇ ਕੋਈ ਨੌਕ ਕਰ ਰਿਹਾ, ਖੜਕਾ ਰਿਹਾ, ਆਪਾਂ ਨੂੰ ਕਲੀਅਰ ਕੱਟ ਪਤਾ ਹੈ ਵੀ ਆਵਾਜ਼ ਆ ਰਹੀ ਹੈ ਵੀ ਕੋਈ ਜਣਾ ਤਾਂ ਹੈਗਾ, ਪਰ ਫਿਰ ਵੀ ਆਪਾਂ ਕੁਐਸਚਨ ਕਿਹੜਾ ਪੁੱਟ ਕੀਤਾ? ਇਜ਼ ਦੇਅਰ ਸਮਵਨ ਐਟ ਦਾ ਡੋਰ, ਵੀ ਦਰਵਾਜ਼ੇ 'ਤੇ ਕੋਈ ਹੈਗਾ। ਤਾਂ ਹੈਗਾ ਤਾਂ ਹੀ ਨੌਕ ਹੁੰਦੀ ਪਈ ਹੈ ਨਾ, ਤਾਂ ਯੈਸ ਦੀ ਆਨਸਰ ਦੀ ਉਮੀਦ ਹੀ ਹੈ ਨਾ। ਤਾਂ ਫਿਰ ਆਪਾਂ ਇਹਦੇ ਵਿੱਚ ਸਮ ਦੀ ਯੂਜ਼ ਕਰ ਸਕਦੇ ਹਾਂ। ਹੁਣ ਤੁਸੀਂ ਦੇਖਿਆ, ਸਮ ਤੇ ਐਨੀ ਦੋਨਾਂ ਦੀ ਵਰਤੋਂ ਕਿੱਥੇ ਕੀਤੀ ਹੈ? ਮਾਤਰਾ ਵਾਸਤੇ ਵੀ ਤੇ ਗਿਣਤੀ ਵਾਸਤੇ ਵੀ। ਐਨੀ ਦੀ ਵਰਤੋਂ ਕਿੱਥੇ ਕੀਤੀ ਹੈ? ਆਮ ਤੌਰ 'ਤੇ ਨੈਗੇਟਿਵ ਵਾਕਾਂ ਵਿੱਚ ਤੇ ਕੁਐਸਚਨ ਵਾਲੇ ਵਾਕਾਂ ਵਿੱਚ। ਹੁਣ ਆਪਾਂ ਨੈਕਸਟ ਟੌਪਿਕ ਪੜ੍ਹਦੇ ਹਾਂ। ਇਹਦੇ 'ਚ ਇਹ ਸਮਝਣ ਵਾਲਾ ਹੈ ਲਿਟਲ, ਅ ਲਿਟਲ ਤੇ ਦਾ ਲਿਟਲ। ਲਿਟਲ ਇਸ ਦੀ ਵਰਤੋਂ ਨਾਮਾਤਰ ਮਾਤਰਾ ਦੱਸਣ ਲਈ ਕੀਤੀ ਜਾਂਦੀ ਹੈ। ਜਦੋਂ ਮਾਤਰਾ ਲੋੜ ਤੋਂ ਘੱਟ ਹੋਵੇ, ਨਾਮਾਤਰ ਮਾਤਰਾ ਹੋਵੇ, ਜਦੋਂ ਆਪਾਂ ਐਂ ਕਹਿਣਾ ਹੁੰਦਾ ਵੀ ਹੈ ਹੀ ਨਹੀਂ ਗਾ ਇਹ ਤਾਂ। ਫਸਟ ਐਗਜ਼ਾਮਪਲ ਹੈ, ਦੇयर ਇਜ਼ ਲਿਟਲ ਮਿਲਕ ਇਨ ਦਾ ਜੱਗ। ਹੁਣ ਜੱਗ ਹੈ, ਉਹਦੇ 'ਚ ਦੁੱਧ ਹੈ, ਪਰ ਉਹ ਨਾਮਾਤਰ ਹੈ, ਉਹ ਕਿਸੇ ਕੰਮ ਦਾ ਨਹੀਂ, ਜਿਵੇਂ ਆਪਾਂ ਜਾ ਕੇ ਚਾਹ ਬਣਾ ਲਿਆਈਏ। ਹੀ ਹੈਜ਼ ਲਿਟਲ ਸੈਂਸ, ਉਸਨੂੰ ਕੋਈ ਸੈਂਸ ਨਹੀਂ ਹੈ। ਜਦੋਂ ਆਪਾਂ ਕਹੀਏ ਨਾ ਵੀ ਇਹਨੂੰ ਘੱਟ ਸੈਂਸ ਹੈ, ਬਹੁਤ ਘੱਟ ਹੈ, ਨਾਮਾਤਰ ਹੀ ਸੈਂਸ ਹੈ, ਇਹਨੂੰ ਸਮਝ ਹੀ ਨਹੀਂ ਗੀ, ਤਾਂ ਫਿਰ ਕੀ ਯੂਜ਼ ਕੀਤਾ? ਹੀ ਹੈਜ਼ ਲਿਟਲ ਸੈਂਸ। ਥਰਡ, ਆਈ ਹੈਵ ਲਿਟਲ ਮਨੀ। ਤਾਂ ਲਿਟਲ ਮਨੀ ਤੋਂ ਪਹਿਲਾਂ ਆਪਾਂ ਯੂਜ਼ ਕੀਤਾ ਹੈ, ਤਾਂ ਇਹ ਕੀ ਦਰਸਾਉਣ ਵਾਸਤੇ ਵੀ ਉਹਦੇ ਕੋਲ ਬਹੁਤ ਹੀ ਧਨ ਜਿਹੜਾ ਘੱਟ ਹੈ, ਉਹ ਨਾਮਾਤਰ ਹੈ, ਉਹ ਕਿਸੇ ਦੇ ਕੰਮ ਆਉਣ ਵਿੱਚ ਨਹੀਂ ਗਾ, ਵੀ ਇੰਨਾ ਨਹੀਂ ਗਾ। ਹੁਣ ਦੇਖੋ ਬੇਟੇ, ਇਹ ਜਿਹੜੇ ਤਿੰਨੇ ਹੀ ਹੈ ਨਾ, ਜਿਹੜੇ ਲਿਖੇ ਮੈਂ ਆਪਾਂ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ, ਲਿਟਲ, ਅ ਲਿਟਲ, ਦਾ ਲਿਟਲ, ਇਹ ਮਾਤਰਾ ਵਾਸਤੇ ਹੈ, ਇਹ ਗਿਣਤੀ ਵਾਲੀ ਚੀਜ਼ ਵਾਸਤੇ ਨਹੀਂ ਯੂਜ਼ ਕੀਤੇ ਜਾ ਸਕਦੇ। ਹੁਣ ਤੁਸੀਂ ਦੇਖੋ, ਮਿਲਕ ਹੈ, ਇਹ ਗਿਣਤੀ ਵਾਲੀ ਚੀਜ਼ ਨਹੀਂ। ਸੈਂਸ ਹੈ, ਗਿਣਤੀ ਵਾਲੀ ਚੀਜ਼ ਨਹੀਂ। ਮਨੀ ਹੈ, ਇਹ ਗਿਣਤੀ 'ਚ ਨਹੀਂ ਆਉਂਦਾ। ਤਾਂ ਫਿਰ ਆਪਾਂ ਇਹ ਧਿਆਨ ਰੱਖਣਾ ਵੀ ਜੇ ਗਿਣਤੀ ਵਾਲੀ ਕੋਈ ਫਿਲ ਇਨ ਦਾ ਬਲੈਂਕਸ ਆ ਜਾਂਦੀ ਹੈ, ਉਸ ਤੋਂ ਪਹਿਲਾਂ ਆਪਾਂ ਲਿਟਲ, ਅ ਲਿਟਲ ਤੇ ਦਾ ਲਿਟਲ ਨਹੀਂ ਯੂਜ਼ ਕਰਨਾ। ਨੈਕਸਟ ਹੈਗਾ ਅ ਲਿਟਲ। ਇਸ ਦੀ ਵਰਤੋਂ ਥੋੜੀ ਮਾਤਰਾ
ਦਰਸਾਉਣ ਲਈ ਕੀਤੀ ਜਾਂਦੀ ਹੈ। ਵੀ ਜਦੋਂ ਆਪਾਂ ਦੱਸਣਾ ਚਾਹੁੰਦੇ ਹੋ ਕਿ ਥੋੜੀ ਜਿਹੀ ਮਾਤਰਾ ਹੈ, ਜਿਵੇਂ ਆਪਾਂ ਸਾਹਮਣੇ ਯੂਜ਼ ਕਰਦੇ ਥੋੜੀ ਮਾਤਰਾ ਵਾਸਤੇ, ਉਵੇਂ ਅ ਲਿਟਲ ਵੀ ਯੂਜ਼ ਕਰ ਸਕਦੇ ਹਾਂ। ਜਿਵੇਂ ਐਗਜ਼ਾਮਪਲਸ ਦਿੱਤੀਆਂ, ਅ ਲਿਟਲ ਨੌਲੇਜ ਇਜ਼ ਏ ਡੇਂਜਰਸ ਥਿੰਗ। ਥੋੜੀ ਜਿਹੜੀ ਹੈ, ਥੋੜਾ ਗਿਆਨ ਹੈ, ਉਹ ਖਤਰਨਾਕ ਚੀਜ਼ ਹੁੰਦੀ ਹੈ। ਸੈਕੰਡ ਐਗਜ਼ਾਮਪਲ, ਆਈ ਵਾਂਟ ਟੂ ਡਰਿੰਕ ਅ ਲਿਟਲ ਮਿਲਕ। ਮੈਂ ਥੋੜਾ ਜਿਹਾ ਦੁੱਧ ਪੀਣਾ ਚਾਹੁੰਦਾ ਹਾਂ। ਆਈ ਹੈਵ ਅ ਲਿਟਲ ਅਮਾਊਂਟ ਆਫ ਸ਼ੂਗਰ। ਮੇਰੇ ਕੋਲ ਖੰਡ ਦੀ ਥੋੜੀ ਜਿਹੀ ਮਾਤਰਾ ਹੈ। ਤਾਂ ਇਹ ਸਾਰੇ ਥੋੜੀ ਮਾਤਰਾ ਨੂੰ ਦਰਸਾਉਣ ਵਾਸਤੇ ਅ ਲਿਟਲ ਯੂਜ਼ ਵਾਲੀਆਂ ਐਗਜ਼ਾਮਪਲ ਸੀਗੀਆਂ, ਤੁਸੀਂ ਧਿਆਨ ਨਾਲ ਦੇਖ ਲੈਣਾ। ਹੁਣ ਥਰਡ ਜਿਹੜੀ ਹੈ ਬੜੀ ਇੰਪੋਰਟੈਂਟ ਹੈ, ਸਮਝਣ ਵਾਲੀ ਹੈ, ਦਾ ਲਿਟਲ। ਇਸ ਦੀ ਵਰਤੋਂ ਥੋੜੀ ਪਰ ਸਾਰੀ ਦੀ ਸਾਰੀ ਮਾਤਰਾ ਬਾਰੇ ਜਦੋਂ ਕੋਈ ਗੱਲ ਕਰਨੀ ਹੋਵੇ ਨਾ, ਉਦੋਂ ਯੂਜ਼ ਕਰਨੀ ਹੈ। ਕੀ ਲਿਖਿਆ ਮੈਂ? ਇਸ ਦੀ ਵਰਤੋਂ ਥੋੜੀ ਪਰ ਸਾਰੀ ਦੀ ਸਾਰੀ ਮਾਤਰਾ, not much, all that, but that, all, ਦੁਬਾਰਾ ਸੁਣੋ, not much but all that is, ਵੀ ਜ਼ਿਆਦਾ ਨਹੀਂ ਪਰ ਜਿਹੜੀ ਹੈਗੀ ਆ ਉਹ ਸਾਰੀ ਦੀ ਸਾਰੀ। ਹੁਣ ਐਗਜ਼ਾਮਪਲ ਨਾਲ ਸਮਝਾਂਗੇ ਆਪਾਂ। he has spent, ਉਹ ਖਰਚ ਕਰ ਚੁੱਕਾ ਹੈ। the little money, ਥੋੜਾ ਜਿਹਾ ਧਨ, he had, ਜੋ ਵੀ ਉਹਦੇ ਕੋਲ ਸੀਗਾ, ਵੀ ਜੋ ਉਹਦੇ ਕੋਲ ਥੋੜਾ ਜਿਹਾ ਧਨ ਸੀ ਉਹ ਸਾਰੇ ਦੇ ਸਾਰਾ ਖਰਚ ਕਰ ਚੁੱਕਿਆ। ਸੈਕੰਡ ਐਗਜ਼ਾਮਪਲ, the little information I had proved wrong। the little information, ਇੱਥੇ proved ਲਿਖਣਾ ਬੇਟੇ। ਅੱਛਾ, the little information I had, ਵੀ ਜਿਹੜੀ ਮੇਰੇ ਕੋਲੇ ਇਨਫੋਰਮੇਸ਼ਨ ਸੀ ਥੋੜੀ ਪਰ ਸਾਰੀ ਦੀ ਸਾਰੀ, ਕੀ ਉਹ ਗਲਤ ਸਾਬਿਤ ਹੋਈ, ਉਹ ਠੀਕ ਨਹੀਂ ਸੀਗੀ। ਥਰਡ ਐਗਜ਼ਾਮਪਲ, the little milk that was in the jug was sour, ਵੀ ਥੋੜਾ ਜਿਹਾ ਦੁੱਧ ਜੋ ਵੀ ਸੀਗਾ ਜੱਗ ਵਿੱਚ ਉਹ ਸਾਰੇ ਦਾ ਸਾਰਾ ਕੀ ਸੀਗਾ? ਖੱਟਾ ਸੀ, ਸੌਰ ਸੀ। ਹੁਣ ਤੁਸੀਂ ਤਿੰਨੇ ਇਹ ਦੁਬਾਰਾ ਤੋਂ ਧਿਆਨ 'ਚ ਰੱਖਣੀ ਗੱਲ ਬੇਟੇ। ਲਿਟਲ, ਅ ਲਿਟਲ ਤੇ ਦਾ ਲਿਟਲ, ਇਹ ਮਾਤਰਾ ਵਾਸਤੇ ਹੈ, ਇਹ ਗਿਣਤੀ ਵਾਸਤੇ ਨਹੀਂ। ਇਹ ਥੋੜੀ ਮਾਤਰਾ ਵਾਸਤੇ ਹੈ, ਜ਼ਿਆਦਾ ਮਾਤਰਾ ਵਾਸਤੇ ਨਹੀਂ। ਲਿਟਲ ਨਾ ਮਾਤਰ ਮਾਤਰਾ, ਅ ਲਿਟਲ ਥੋੜੀ ਜਿਹੀ ਮਾਤਰਾ, ਤੇ ਦਾ ਲਿਟਲ ਥੋੜੀ ਪਰ ਸਾਰੀ ਦੀ ਸਾਰੀ ਜਿਹੜੀ ਮਾਤਰਾ, ਉਹਦੇ ਬਾਰੇ ਜਦੋਂ ਆਪਾਂ ਕੋਈ ਸੈਂਟੈਂਸ ਯੂਜ਼ ਕਰਦੇ ਹਾਂ, ਉਹਦੇ ਬਾਰੇ ਕੁਝ ਦੱਸਿਆ ਹੋਇਆ ਹੈ। ਜਿਵੇਂ ਧਨ ਬਾਰੇ ਦੱਸਿਆ ਸੀ, ਥੋੜਾ ਧਨ, ਸਾਰੇ ਦਾ ਸਾਰਾ ਕੀ ਕਰਤਾ? ਖਰਚ ਕਰਤਾ। ਜਿਹੜੀ ਥੋੜੀ ਜਿਹੀ ਜਿਹੜੀ ਇਨਫੋਰਮੇਸ਼ਨ ਸੀ ਉਹ ਸਾਰੀ ਦੀ ਸਾਰੀ ਕੀ ਸੀਗੀ? ਰੋਂਗ ਪ੍ਰੂਵ ਹੋ ਗਈ। ਥੋੜਾ ਮਿਲਕ ਸੀਗਾ ਜਿਹੜਾ ਜੱਗ ਵਿੱਚ, ਉਹ ਸਾਰੇ ਦਾ ਸਾਰਾ ਕੀ ਸੀਗਾ? ਖੱਟਾ ਸੀ। ਤਾਂ ਨੈਕਸਟ ਹੁਣ ਟੌਪਿਕ ਆਪਾਂ ਕਰਦੇ ਹਾਂ ਬੇਟੇ। ਇਸ ਤੋਂ ਪਹਿਲਾਂ ਆਪਾਂ ਫਿਊ, ਆ ਫਿਊ ਤੇ ਦਾ ਫਿਊ ਬਾਰੇ ਪੜ੍ਹਦੇ ਹਾਂ। ਜਿਸ ਤਰ੍ਹਾਂ ਆਪਾਂ ਲਿਟਲ, ਅ ਲਿਟਲ ਤੇ ਦਾ ਲਿਟਲ ਬਾਰੇ ਦੇਖਿਆ, ਉਸੇ ਤਰ੍ਹਾਂ ਹੀ ਗਿਣਤੀ ਵਾਸਤੇ ਫਿਊ, ਅ ਫਿਊ ਤੇ ਦਾ ਫਿਊ ਹੁੰਦੇ ਹੈ। ਤੁਹਾਨੂੰ ਸਮਝਣ ਵਿੱਚ ਆਸਾਨੀ ਹੋ ਜਾਊਗੀ ਜੇ ਲਿਟਲ, ਅ ਲਿਟਲ, ਦਾ ਲਿਟਲ ਧਿਆਨ ਨਾਲ ਸਮਝਿਆ ਹੋਇਆ। ਫਿਊ ਬਾਰੇ ਕੀ ਦੱਸਿਆ? ਇਸ ਦੀ ਵਰਤੋਂ ਨਾ ਮਾਤਰ ਗਿਣਤੀ ਲਈ ਕੀਤੀ ਜਾਂਦੀ ਹੈ। ਥੋੜੀ ਗਿਣਤੀ ਵਾਸਤੇ ਹੈਗੇ, ਤਿੰਨੇ ਥੋੜੀ ਵਾਸਤੇ ਹੈ, ਪਰ ਨਾ ਮਾਤਰ ਵੀ ਇੰਨੀ ਘੱਟ ਵੀ ਜਿਹਨੂੰ ਆਪਾਂ ਨਾ ਵਿੱਚ ਲਿਆਂਦੇ ਹੋਈਏ। ਫਿਊ ਪੀਪਲ ਕੈਨ ਕੀਪ ਸੀਕਰੇਟ, ਵੀ ਹਾਰਡਲੀ ਐਨੀ ਕੋਈ ਪਰਸਨ ਹੁੰਦਾ ਜਿਹੜਾ ਕਿ ਗੁਪਤ ਸੀਕਰੇਟ ਰੱਖ ਸਕਦਾ ਹੈ। ਸੈਕੰਡ ਐਗਜ਼ਾਮਪਲ ਹੈ ਵੀ ਮਤਲਬ ਕਿ ਇਹਨ ਫਸਟ ਐਗਜ਼ਾਮਪਲ 'ਚ ਇਹ ਦੱਸਿਆ ਵੀ ਹਾਰਡਲੀ ਐਨੀ, ਵੀ ਕੋਈ ਬੰਦਾ ਨਹੀਂ ਹੁੰਦਾ ਜਿਹੜਾ ਕਿ ਸੀਕਰੇਟ ਰੱਖ ਸਕੇ, ਉਹ ਕਿਸੇ ਨਾ ਕਿਸੇ ਨੂੰ ਤਾਂ ਗੱਲ ਦੱਸਦੀ ਬਹਿੰਦਾ। ਸੈਕੰਡ, ਆਈ ਹੈਵ ਫਿਊ ਫਰੈਂਡਸ, ਤਾਂ ਇਹ ਕੀ ਦੱਸਣਾ ਚਾਹੁੰਦੇ ਹਾਂ ਵੀ ਮੇਰੇ ਕੋਈ ਹਾਰਡਲੀ ਨਹੀਂ, ਮੇਰਾ ਮੁਸ਼ਕਿਲ ਨਾਲ ਕੋਈ ਮਿੱਤਰ ਹੈ, ਮੇਰੇ ਤਾਂ ਇੱਧਰ ਕੋਈ ਮਿੱਤਰ ਹੈ ਹੀ ਨਹੀਂਗਾ। ਥਰਡ ਐਗਜ਼ਾਮਪਲ, ਫਿਊ ਸਟੂਡੈਂਟਸ ਵਰਕ ਹਾਰਡ ਦੀਜ਼ ਡੇਜ਼, ਬਹੁਤ ਹੀ ਘੱਟ ਸਟੂਡੈਂਟ ਹੁੰਦੇ ਆ ਜਿਹੜੇ ਅੱਜ ਕੱਲ੍ਹ ਮਿਹਨਤ ਕਰਦੇ ਆ। ਹੁਣ ਸੈਕੰਡ ਜਿਹੜਾ ਹੈਗਾ ਬੇਟੇ ਆ ਫਿਊ, ਆ ਫਿਊ ਦੀ ਵਰਤੋਂ ਥੋੜੀ ਗਿਣਤੀ ਲਈ ਕੀਤੀ ਜਾਂਦੀ ਹੈ। ਜਿਵੇਂ ਆਪਾਂ ਥੋੜੀ ਗਿਣਤੀ ਦਰਸਾਉਣੀ ਹੋਵੇ ਨਾ, ਵੀ ਥੋੜੀ ਜਿਹੀ ਹੈ, ਮਤਲਬ ਆਈ ਹੈਵ ਅ ਫਿਊ ਐਪਲਸ, ਮੇਰੇ ਕੋਲ ਕੁਝ ਐਪਲਸ ਹਨ, ਇਹ ਗਿਣਤੀ ਦੀ ਗੱਲ ਹੈ। ਆਈ ਸ਼ੈਲ ਸਟੇ ਹੇਅਰ ਫॉर ਅ ਫਿਊ ਡੇਜ਼, ਮੈਂ ਇੱਥੇ ਕੁਝ ਦਿਨਾਂ ਲਈ ਰੁਕਾਂਗਾ। ਥਰਡ ਐਗਜ਼ਾਮਪਲ ਹੈ ਪਲੀਜ਼ ਵੇਟ ਫॉर ਏ ਫਿਊ ਡੇਜ਼, ਕੁਝ ਦਿਨਾਂ ਲਈ ਇੱਥੇ ਰੁਕੋ। ਤਾਂ ਇਹ ਗਿਣਤੀ ਦੀ ਗੱਲ ਹੈ, ਥੋੜੀ ਗਿਣਤੀ ਦੀ ਗੱਲ ਹੈ। ਹੁਣ ਦਾ ਫਿਊ, ਦਾ ਫਿਊ ਬਾਰੇ ਅੱਗੇ ਜਿਵੇਂ ਆਪਾਂ ਪਹਿਲਾਂ ਸਮਝਿਆ ਸੀ ਦਾ ਲਿਟਲ, ਉਵੇਂ ਇਹ ਥੋੜੀ ਗਿਣਤੀ ਪਰ ਸਾਰੀ ਦੀ ਸਾਰੀ ਗਿਣਤੀ ਬਾਰੇ ਜਦੋਂ ਗੱਲ ਕਰਨੀ ਹੈ, ਇਸ ਦੀ ਵਰਤੋਂ ਥੋੜੀ ਪਰ ਸਾਰੀ ਦੀ ਸਾਰੀ ਗਿਣਤੀ ਲਈ ਕੀਤੀ ਜਾਂਦੀ ਹੈ। ਐਗਜ਼ਾਮਪਲ ਨਾਲ ਸਮਝੋ, ਹੀ ਲੋਸਟ ਦਾ ਫਿਊ ਬੁੱਕਸ ਹੀ ਹੈਡ,
ਉਸਨੇ ਕਿਤਾਬਾਂ ਗਵਾ ਦਿੱਤੀਆਂ। ਹੀ ਹੈਡ, ਜੋ ਉਹਦੇ ਕੋਲ ਸੀਗੀਆਂ ਥੋੜ੍ਹੀਆਂ ਪਰ ਸਾਰੀ ਦੀ ਸਾਰੀਆਂ ਉਹ ਕਿਤਾਬਾਂ ਗਵਾਚ ਗਈਆਂ। ਆਈ ਹੈਵ ਰੈਡ ਦ ਫਿਊ ਬੁੱਕਸ ਆਈ ਹੈਡ, ਮੈਂ ਉਹ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਹਨ ਜਿਹੜੀਆਂ ਕਿ ਮੇਰੇ ਕੋਲ ਸਨ। ਥੋੜ੍ਹੀਆਂ ਪਰ ਸਾਰੀ ਦੀਆਂ ਸਾਰੀਆਂ। ਉਸ ਤੋਂ ਪਹਿਲਾਂ ਬੇਟੇ ਇੱਕ ਹੋਰ ਆਪਾਂ ਪੜ੍ਹਨਾ ਹੈ ਮੱਚ ਐਂਡ ਮੈਨੀ ਬਾਰੇ। ਮੱਚ ਐਂਡ ਮੈਨੀ, ਇਹ ਦੋਨੇ ਜ਼ਿਆਦਾ ਚੀਜ਼ਾਂ ਨੂੰ ਦਰਸਾਉਣ ਵਾਸਤੇ ਹੁੰਦੇ ਆ। ਪਹਿਲਾਂ ਆਪਾਂ ਮੱਚ ਬਾਰੇ ਪੜ੍ਹਦੇ ਹਾਂ। ਮੱਚ ਦੀ ਵਰਤੋਂ ਜ਼ਿਆਦਾ ਮਾਤਰਾ ਲਈ ਕੀਤੀ ਜਾਂਦੀ ਹੈ। ਹੁਣ ਮਾਤਰਾ ਵਾਸਤੇ ਹੈ, ਗਿਣਤੀ ਵਾਸਤੇ ਨਹੀਂ। ਮੱਚ ਦੀ ਵਰਤੋਂ ਜ਼ਿਆਦਾ ਮਾਤਰਾ ਵਾਸਤੇ ਹੈ, ਗਿਣਤੀ ਵਾਸਤੇ ਨਹੀਂ। ਜਿਵੇਂ ਸਮ ਤੇ ਐਨੀ ਤਾਂ ਦੋਨਾਂ ਵਾਸਤੇ ਯੂਜ਼ ਹੋ ਸਕਦੇ ਸੀ ਨਾ, ਮੱਚ ਸਿਰਫ ਮਾਤਰਾ ਵਾਸਤੇ ਹੀ ਹੈ। ਫਸਟ ਐਗਜ਼ਾਮਪਲ, ਆਈ ਹੈਵ ਮੱਚ ਵਰਕ ਟੂ ਡੂ, ਮੈਂ ਬਹੁਤ ਕੰਮ ਕਰਨਾ ਹੈ। ਨੈਕਸਟ ਹੈ ਦੇਰ ਇਜ਼ ਮੱਚ ਨੋਇਸ ਇਨ ਦਾ ਰੂਮ, ਕਮਰੇ ਵਿੱਚ ਬਹੁਤ ਜ਼ਿਆਦਾ ਸ਼ੋਰ ਹੈ। ਥਰਡ, ਹੀ ਗੇਵ ਮੀ ਮੱਚ ਐਡਵਾਈਸ, ਉਸਨੇ ਮੈਨੂੰ ਬਹੁਤ ਸਿੱਖਿਆ ਦਿੱਤੀ। ਸਿੱਖਿਆ ਹੁਣ ਗੱਲ ਇਹ ਨਹੀਂ ਆ ਦੱਸਿਆ ਪੂਰੀ ਦੀ ਪੂਰੀ ਬਦਲ ਸਿੱਖਿਆ ਬਾਰੇ ਦੱਸਿਆ, ਬਹੁਤ ਸਿੱਖਿਆ ਦਿੱਤੀ। ਫੋਰਥ, ਹੀ ਗੇਵ ਮੀ ਮੱਚ ਅਬਿਊਜ਼, ਉਸਨੇ ਮੈਨੂੰ ਬਹੁਤ ਬੁਰਾ ਭਲਾ ਕਿਹਾ, ਮੇਰੇ ਬਾਰੇ ਗਲਤ ਬੋਲਿਆ, ਮੱਚ ਅਬਿਊਜ਼। ਨੈਕਸਟ ਹੈ ਮੈਨੀ, ਮੱਚ ਮਾਤਰਾ ਵਾਸਤੇ ਸੀ ਤੇ ਹੁਣ ਮੈਨੀ ਬਾਰੇ ਕੀ ਪੜਾਂਗੇ ਆਪਾਂ। ਮੈਨੀ ਦੀ ਵਰਤੋਂ ਜ਼ਿਆਦਾ ਗਿਣਤੀ ਲਈ ਕੀਤੀ ਜਾਂਦੀ ਹੈ। I have many oranges, I have many friends, there are many girls in our class। girls ਗਿਣਤੀ ਵਾਲੀ, oranges ਗਿਣਤੀ ਕਰ ਸਕਦੇ ਹਾਂ। ਇੱਕ ਬੇਟੇ ਆ ਸਮਝਣਾ, ਕਈ ਵਾਰੀ ਯੂਜ਼ ਕੀਤਾ ਜਾਂਦਾ ਮੈਨੀ ਅ ਬॉय। ਹੁਣ ਇਹਦੇ 'ਚ ਹੈਗਾ ਬੇਟੇ ਜਿਵੇਂ ਇੱਕ ਹੁੰਦਾ ਨਾ ਮੈਨੀ ਬॉयਜ਼, ਤਾਂ ਉਹਦੀ ਬਜਾਏ ਆਪਾਂ ਯੂਜ਼ ਕੀਤਾ ਹੋਇਆ ਮੈਨੀ ਅ ਬॉय, ਤਾਂ ਇਹਦਾ ਮਤਲਬ ਜ਼ਿਆਦਾ ਹੀ ਹੈ ਗਿਣਤੀ। ਮੈਨੀ ਅ ਬॉय ਮਤਲਬ ਕਈ ਲੜਕੇ। ਮੈਨੀ ਅ ਬॉय ਇਜ਼ ਐਬਸੈਂਟ ਟੂਡੇ, ਇੱਥੇ ਇਜ਼ ਯੂਜ਼ ਕਰਨਾ ਆਪਾਂ। ਇਹ ਵੀ ਧਿਆਨ ਨਾਲ ਐਗਜ਼ਾਮਪਲ ਰੱਖ ਲੈਣੀ ਹੈ, ਕਈ ਵਾਰੀ ਪੇਪਰਾਂ 'ਚ ਪੁੱਛੀ ਜਾ ਸਕਦੀ ਹੈ। ਹੁਣ ਹੈਗਾ ਯੂਜ਼ ਆਫ ਆਲ। ਆਲ ਦਾ ਅਰਥ ਹੈ ਸਾਰਾ, ਗਿਣਤੀ ਅਤੇ ਮਾਤਰਾ ਲਈ, ਦੋਨਾਂ ਲਈ ਸਾਰਾ। ਆਲ ਦਾ ਬॉयਜ਼ ਆਰ ਪ੍ਰੈਜ਼ੈਂਟ ਟੂਡੇ, ਵੀ ਸਾਰੇ ਦੇ ਸਾਰੇ ਗਿਣਤੀ 'ਚ ਸਾਰੇ ਦੇ ਸਾਰੇ ਅੱਜ ਪ੍ਰੈਜ਼ੈਂਟ ਹੈ। ਨੈਕਸਟ ਹੈ ਹੀ ਡਰੈਂਕ ਆਲ ਦਾ ਮਿਲਕ, ਉਹ ਸਾਰੇ ਦਾ ਸਾਰਾ ਦੁੱਧ ਪੀ ਗਿਆ। ਤਾਂ ਹੁਣ ਇਹ ਸਾਰੇ ਦਾ ਸਾਰਾ ਮਾਤਰਾ ਵਾਸਤੇ ਵੀ ਹੈ। ਤਾਂ ਹੁਣ ਬੇਟੇ ਅੱਜ ਆਪਾਂ ਤੁਸੀਂ ਦੇਖਿਆ ਡਿਟਰਮੀਨਰਸ 'ਚੋਂ ਆਪਾਂ ਕੁਝ ਪੜ੍ਹੇ ਹੈ, ਸਮ ਤੇ ਐਨੀ, ਗਿਣਤੀ ਲਈ ਵੀ ਮਾਤਰਾ ਲਈ ਵੀ। ਐਨੀ ਦੀ ਵਰਤੋਂ ਆਮ ਤੌਰ 'ਤੇ ਕੁਐਸਚਨ ਵਾਲੇ ਵਾਕਾਂ 'ਚ ਅਤੇ ਨੈਗੇਟਿਵ ਵਾਕਾਂ ਵਿੱਚ, ਪਰ ਸਮ ਦੀ ਵਰਤੋਂ ਆਪਾਂ ਉਹਨਾਂ ਪ੍ਰਸ਼ਨਵਾਚਕ ਵਾਕਾਂ ਵਿੱਚ ਕਰ ਸਕਦੇ ਹਾਂ ਜਿਨ੍ਹਾਂ ਦੀ ਆਪਾਂ ਨੂੰ ਉਮੀਦ ਕੀ ਹੋਵੇ, ਯੈਸ ਵਿੱਚ ਆਨਸਰ ਦੀ ਉਮੀਦ ਹੋਵੇ। ਜਿਵੇਂ ਵਿਲ ਯੂ ਸ਼ੋ ਮੀ ਸਮ ਪੈਨਸ, ਕਿ ਤੁਸੀਂ ਮੈਨੂੰ ਕੁਝ ਪੈਨ ਦਿਖਾਓਗੇ, ਤਾਂ ਦੁਕਾਨਦਾਰ ਅੱਗੋਂ ਕੀ ਕਹੂਗਾ, ਹਾਂ ਦਿਖਾਣਾ, ਤਾਂ ਮਤਲਬ ਤਾਂ ਫਿਰ ਇਹਦੇ 'ਚ ਆਪਾਂ ਸਮ ਯੂਜ਼ ਕਰ ਲਿਆ। ਫਿਰ ਲਿਟਲ, ਅ ਲਿਟਲ ਅਤੇ ਦਾ ਲਿਟਲ ਬਾਰੇ ਪੜ੍ਹਿਆ। ਤੁਹਾਨੂੰ ਪਤਾ ਹੈ ਇਹ ਮਾਤਰਾ ਥੋੜ੍ਹੀ ਮਾਤਰਾ ਵਾਸਤੇ ਹੈ। ਲਿਟਲ ਨਾ ਮਾਤਰ ਮਾਤਰਾ, ਅ ਲਿਟਲ ਥੋੜ੍ਹੀ ਜਿਹੀ ਮਾਤਰਾ ਅਤੇ ਦਾ ਲਿਟਲ ਥੋੜ੍ਹੀ ਪਰ ਸਾਰੀ ਦੀ ਸਾਰੀ ਮਾਤਰਾ। ਫਿਰ ਆਪਾਂ ਉਸ ਤੋਂ ਬਾਅਦ ਪੜ੍ਹਿਆ ਸੀਗਾ ਫਿਊ, ਅ ਫਿਊ ਅਤੇ ਦਾ ਫਿਊ। ਇਹਦੇ 'ਚ ਸੀਗਾ ਇਹ ਤਿੰਨੇ ਗਿਣਤੀ ਵਾਸਤੇ ਹੈ। ਫਿਊ ਨਾ ਮਾਤਰ ਗਿਣਤੀ, ਵੀ ਜਦੋਂ ਆਪਾਂ ਕਹਿਣਾ ਵੀ ਕੋਈ ਹੈ ਹੀ ਨਹੀਂ ਸੀ, ਜਿਵੇਂ ਕਹਿ ਲਓ ਗਿਣਤੀ 'ਚ ਆਈ ਹੈਵ ਫਿਊ ਫਰੈਂਡਸ, ਵੀ ਹੈ ਹੀ ਨਹੀਂ ਗੀ ਮੇਰੇ ਕੋਲ ਤਾਂ। ਫਿਰ ਅ ਫਿਊ ਥੋੜ੍ਹੀ ਜਿਹੀ ਗਿਣਤੀ ਹੈ, ਇਹ ਜਿਵੇਂ ਸਮ ਵਰਗੀ ਗੱਲ ਹੋ ਗਈ ਨਾ, ਜਿਵੇਂ ਆਈ ਹੈਵ ਸਮ ਐਪਲ, ਆਈ ਹੈਵ ਅ ਫਿਊ ਐਪਲਸ। ਦਾ ਫਿਊ ਥੋੜ੍ਹੀ ਗਿਣਤੀ ਪਰ ਸਾਰੀ ਦੀ ਸਾਰੀ ਗਿਣਤੀ ਬਾਰੇ ਗੱਲ ਕੀਤੀ ਹੈ। ਹੀ ਲੋਸਟ ਦਾ ਫਿਊ ਬੁੱਕਸ ਹੀ ਹੈਡ। ਅਤੇ ਉਸ ਤੋਂ ਬਾਅਦ ਆਪਾਂ ਲਾਸਟ 'ਤੇ ਪੜ੍ਹਿਆ ਸੀਗਾ ਮੱਚ ਅਤੇ ਮੈਨੀ। ਮੱਚ ਦੀ ਵਰਤੋਂ ਜ਼ਿਆਦਾ ਮਾਤਰਾ ਵਾਸਤੇ ਅਤੇ ਮੈਨੀ ਦੀ ਵਰਤੋਂ ਆਪਾਂ ਜ਼ਿਆਦਾ ਗਿਣਤੀ ਵਾਸਤੇ ਕੀਤੀ ਹੈ। ਇਸੇ ਤਰ੍ਹਾਂ ਹੀ ਆਲ ਪੜ੍ਹਿਆ, ਇਹ ਸਾਰੇ ਦਾ ਸਾਰਾ ਟੋਟਲ, ਅਤੇ ਗਿਣਤੀ ਵਾਸਤੇ ਵੀ ਅਤੇ ਮਾਤਰਾ ਵਾਸਤੇ ਵੀ। ਇਹ ਤੁਸੀਂ ਧਿਆਨ ਨਾਲ ਬੇਟੇ ਦੁਬਾਰਾ ਤੋਂ ਸੁਣ ਲੈਣਾ, ਪੜ੍ਹ ਲੈਣਾ, ਇਹਦੇ ਫਿਰ ਆਪਾਂ ਐਕਸਰਸਾਈਜ਼ ਕਰਾਂਗੇ। ਥੈਂਕ ਯੂ। ਨੈਕਸਟ ਵੀਡੀਓ ਵਿੱਚ ਤੁਹਾਨੂੰ ਮੈਂ ਹੋਰ ਸਮਝਾਊਂਗਾ ਇਹਦੇ ਬਾਰੇ।